ਤਾਂ ਅੱਜ ਸੰਘਰਸ਼ ਦਾ ਕੋਈ ਨਤੀਜਾ ਨਹੀਂ ਨਿਕਲਿਆ, ਅਸੀਂ ਜਿੱਤੇ ਨਹੀਂ, ਗੱਲ ਉੱਥੇ ਹੀ ਖੜੀ ਹੈ। ਉਹਨਾਂ ਦੀ ਆੜ ਲੈ ਕੇ ਸਾਡਾ ਸੰਸਦ ਘੇਰਨ ਦਾ ਪ੍ਰੋਗਰਾਮ ਸੀ ਉਹ ਰੱਦ ਕਰ ਦਿੱਤਾ ਗਿਆ। ਮੰਨਦਾ ਵੀ ਜਥੇਬੰਦੀਆਂ ਦਾ ਇੱਥੇ ਰੋਲ ਅਦਾ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੇ ਉਹ ਕੀਤਾ ਨਹੀਂ। ਉਹ ਕਿਸਾਨੀ ਦੇ ਨਾਂ 'ਤੇ ਹੁਣ ਸਾਨੂੰ ਕੋਈ ਰਾਹ ਨਹੀਂ ਦਿਖ ਰਿਹਾ, ਕਿਉਂਕਿ ਜਥੇਬੰਦੀਆਂ ਦੀ ਜਿਵੇਂ ਮੈਂ ਪਹਿਲਾਂ ਕਿਹਾ ਕਨੈਕਟੀਵਿਟੀ ਟੁੱਟ ਗਈ। ਇੱਕ ਪਾਸੇ ਠਿਕਰੀ ਪਹਿਰਾ ਲਗਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਜੋ ਲੋਕ ਪਿੰਡ ਤੋਂ ਬਾਹਰ ਜਾਣਗੇ ਜਾਂ ਅੰਦਰ ਐਂਟਰ ਹੁੰਦੇ ਉਹਨਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਵੀ ਚਾਹੀਦੀ ਹੈ। ਫਿਰ ਕਿਵੇਂ ਲੋਕਾਂ ਦੇ ਡਰ ਨਹੀਂ ਪੈਦਾ ਕੀਤਾ ਜਾ ਸਰਕਾਰ ਨੇ ਕਿ ਨਾ ਜਾਣ ਧਰਨੇ ਦੇ ਵਿੱਚ? ਇਹ ਚੱਲੂਗਾ ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ 2 ਸਾਲ ਅਸੀਂ ਆਪਦੀ ਕੋਈ ਲਾਮਬੰਦੀ ਨਹੀਂ ਕਰਾਂਗੇ। ਪੱਕਾ ਨਹੀਂ ਹੈਗਾ ਵੀ ਜਿਵੇਂ 5 ਸਾਲ ਵਾਸਤੇ ਮੁੱਖ ਮੰਤਰੀ ਹੋ ਗਿਆ ਵੀ ਜੇ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਤੋਂ ਨਹੀਂ ਕੁਝ ਹੋ ਰਿਹਾ ਵੀ ਹੁਣ ਅਸੀਂ ਕੁਝ ਕਰ ਨਹੀਂ ਸਕਦੇ। ਉੱਥੇ ਲੈ ਕੇ ਜਾਣ ਵਾਲੇ ਵੀ ਉਹਨਾਂ ਨੂੰ ਅਸੀਂ ਆ, ਤਾਂ ਡਿਸੀਜਨ ਵੀ ਹੁਣ ਅਸੀਂ ਆਪ ਲੈਣਾ ਵੀ ਅਸੀਂ ਅੱਗੇ ਕੀ ਕਰਨਾ ਹੈ। ਅੱਜ ਪੰਜਾਬ ਦੇ ਲੋਕਾਂ 'ਚ ਨਿਰਾਸ਼ਾ ਕਿਉਂ ਹੈ? ਕਿਉਂਕਿ ਕੋਈ ਪ੍ਰੋਗਰਾਮ ਹੀ ਨਹੀਂ ਲੀਕ ਰਹੇ। ਸਿਰਫ ਇੱਕੋ ਹੀ ਗੱਲ ਹੈ, ਕੋਵਿਡ। ਠੀਕ ਪ੍ਰੋਗਰਾਮ ਕੋਈ ਨਵਾਂ ਲਿਖਣ ਵਾਸਤੇ ਜਥੇਬੰਦੀਆਂ ਨਾਲ ਤੁਹਾਡੀ ਕਲਾਕਾਰਾਂ ਦੀ ਮੀਟਿੰਗ ਹੋਏਗੀ ਦੁਬਾਰੇ? ਕਿਉਂ ਗੱਲ ਕਰੀਏ ਕਾਫੀ ਲੰਬਾ ਸਮਾਂ ਹੋਇਆ ਕੋਈ ਮੀਟਿੰਗ ਤੁਹਾਡੇ ਨਾਲ ਕਿਸੇ ਕਲਾਕਾਰ ਨਾਲ ਨਹੀਂ ਹੋਈ? ਦੇਖੋ ਗੱਲਬਾਤ ਕਨੈਕਟੀਵਿਟੀ ਟੁੱਟ ਗਈ। ਇਹ ਬੰਦੀਆਂ ਦੇ ਜਿਹੜੇ ਆਗੂ ਸਾਹਿਬਾਨ ਨੇ ਉਹ ਕਦੇ ਕੋਈ ਐਦਾਂ ਦੀ ਮੀਟਿੰਗ ਉਹਨਾਂ ਨੇ ਰੱਖੀ ਨਹੀਂ ਵੀ ਆਓ। ਉਹਨੂੰ ਵੀ ਪਿੱਛੇ ਹਟਾਉਣ ਨੂੰ ਫਿਰਦੇ ਨੇ ਜਥੇਬੰਦੀਆਂ ਦੇ ਦੋਸ਼ ਬਹੁਤ ਲੱਗੇ ਨੇ। ਬਾਜਵਾ ਸਾਹਿਬ ਕੀ ਕਹਿੰਦੇ ਲੀਡਰ ਬਣਨ ਨੂੰ ਫਿਰਦੇ ਨੇ, ਤਾਂ ਕਰਕੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਤਾਂ ਕਰਕੇ ਲੱਗਦਾ ਕਿ ਤੁਹਾਡੇ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ। ਫਿਰ ਕੀ ਹਾਂ ਕਿ ਲੋਕਾਂ ਦੀ ਜਿਹੜੀ ਗੱਲ ਸੱਚ ਹੁੰਦੀ ਜਾ ਰਹੀ ਹੈ? ਫਿਰ ਜੇ ਨਹੀਂ ਆਉਣ ਵਾਲੇ ਦਿਨਾਂ 'ਚ ਕੋਈ ਪ੍ਰੋਗਰਾਮ ਲਿਖਣਗੇ ਤਾਂ ਫਿਰ ਅਸੀਂ ਕੋਈ ਆਪਦਾ ਹੋਰ ਹਿਸਾਬ ਕਿਤਾਬ ਦੇਖ ਲਾਂਗੇ। 32 ਆਗੂ ਸਾਹਿਬਾਨ ਨੂੰ ਇੱਕ ਤਾਂ ਸਲਾਹਾਂ ਲੋਕਾਂ ਦੀਆਂ ਜ਼ਰੂਰ ਲਿਆ ਕਰੋ। ਜਿਹੜਾ ਕੋਈ ਵੀ ਬੰਦਾ ਸਲਾਹ ਤਾਂ ਸਿਆਣੇ ਕਹਿੰਦੇ ਨੇ ਕੰਧ ਦੀ ਵੀ ਲੈ ਲੈਣੀ ਚਾਹੀਦੀ ਹੈ। ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ। 6 ਮਹੀਨੇ ਤੋਂ ਜ਼ਿਆਦਾ ਕਿਸਾਨਾਂ ਨੂੰ ਦਿੱਲੀ ਦੇ ਬਰੂਹਾਂ ਤੇ ਬੈਠੇ ਹੋ ਗਿਆ ਤੇ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਬਿੱਲ ਰੱਦ ਕਰਾਉਣ ਵਾਸਤੇ ਵੀ ਲਗਾਤਾਰ ਲੋਕਾਂ ਨੂੰ ਜਿਹੜਾ ਇਕੱਠੇ ਕਰਕੇ ਦਿੱਲੀ ਦੇ ਬਾਰਡਰ ਤੇ ਲੈ ਕੇ ਜਾ ਰਹੇ ਨੇ। ਤੇ ਪਿਛਲੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਭਵਨ ਦੇ ਵਿੱਚ ਮੀਟਿੰਗਾਂ ਜਦੋਂ ਹੁੰਦੀਆਂ ਨੇ, ਜਦੋਂ ਸੰਘਰਸ਼ ਸ਼ੁਰੂ ਹੁੰਦਾ ਤਾਂ ਉਸ ਦੇ ਵਿੱਚ ਕਲਾਕਾਰ ਤੇ 32 ਜਥੇਬੰਦੀਆਂ ਨਾਲ ਮਿਲ ਕੇ ਦਿੱਲੀ ਦੇ ਬਰੂਹਾਂ ਤੇ ਬਿਠਾਉਣ ਵਾਸਤੇ ਕਿਸਾਨਾਂ ਨੂੰ ਲੈ ਕੇ ਜਾਂਦੀਆਂ ਨੇ। ਤੇ ਕੇਂਦਰ ਸਰਕਾਰ ਦੇ ਖਿਲਾਫ ਜਦੋਂ ਕੋਈ ਵੀ ਇਨਸਾਨ ਬੋਲਣ ਤੋਂ ਡਰਦਾ ਸੀ ਤਾਂ ਉਸ ਦੇ ਵਿੱਚ ਕਲਾਕਾਰਾਂ ਤੇ ਕਈ ਜਥੇਬੰਦੀਆਂ ਨੇ ਅਹਿਮ ਰੋਲ ਨਿਭਾਇਆ ਕਿ ਸਰਕਾਰਾਂ ਦੇ ਖਿਲਾਫ ਅਸੀਂ ਹੁਣ ਆਪਣੇ ਹੱਕ ਲਵਾਂਗੇ, ਆਪਣੀ ਹੋਂਦ ਨੂੰ ਬਚਾਵਾਂਗੇ। ਤੇ ਉਸ ਦੇ ਵਿੱਚ ਇੱਕ ਨਾਮ ਸੀ ਜਸ ਬਾਜਵਾ, ਜਿਸ ਨੇ ਸਾਰੇ ਕਲਾਕਾਰਾਂ ਨੂੰ ਇਕੱਠਾ ਕੀਤਾ, ਲੋਕਾਂ ਨੂੰ ਤੇ ਨਾਲ ਦੀ ਨਾਲ ਨੌਜਵਾਨਾਂ ਨੂੰ ਅਵੇਅਰ ਕਰਕੇ ਜਿਹੜਾ ਦਿੱਲੀ ਦੇ ਬਾਰਡਰ 'ਤੇ ਲੈ ਗਏ। ਸਾਡੇ ਨਾਲ ਜਸ ਬਾਜਵਾ ਸਾਹਿਬ ਨੇ। ਬਾਜਵਾ ਸਾਹਿਬ, ਅੱਜ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਲੋਕਾਂ ਨੂੰ ਲਾਹੇਵੰਦ ਕਰਨ ਵਾਸਤੇ ਕਿ ਦਿੱਲੀ ਦੇ ਬਾਰਡਰ 'ਤੇ ਜਾਣਾ ਹੈ, ਤਾਂ ਕਿਵੇਂ ਦੇਖਦੇ ਹੋ ਕਿ ਸ਼ੁਰੂਆਤ ਅੱਜ ਪਿੰਡ ਬੱਲੋ ਮਜਰੇ ਤੋਂ ਹੋਈ ਹੈ? ਤਾਂ ਲੋਕ ਮੰਨਣਗੇ ਇਹ ਚੀਜ਼ਾਂ? ਕਿਉਂਕਿ ਲੋਕਾਂ ਦੇ ਵਿੱਚ ਇਹ ਆ ਗਿਆ ਕਿ ਹੁਣ ਸੰਘਰਸ਼ ਲੰਬਾ ਚਲਾ ਗਿਆ ਕਿ ਰਿਜ਼ਲਟ ਕੋਈ ਨਿਕਲ ਨਹੀਂ ਰਿਹਾ। ਜੀ ਬਿਲਕੁਲ ਬਾਈ ਜੀ, ਜਿੱਦਾਂ ਤੁਸੀਂ ਜਾਣਦੇ ਹੋ ਵੀ ਜਿੰਨੀ ਗਰਮਜੋਸ਼ੀ ਦੇ ਨਾਲ ਪੰਜਾਬ ਨੇ ਇਹ ਸੰਘਰਸ਼ ਵਿੱਢਿਆ ਸੀ, ਅਗਵਾਈ ਕੀਤੀ ਸੀ ਪੰਜਾਬ ਨੇ, ਹਰ ਇੱਕ ਵਰਗ ਜੁੜ ਗਿਆ ਸੀਗਾ ਵੀ ਅਸੀਂ ਇਹ ਕੀ ਹੋ ਗਿਆ, ਇੱਕ ਐਟਮ ਬੰਬ ਦੀ ਤਰ੍ਹਾਂ ਇਹ ਕਾਨੂੰਨ ਪੰਜਾਬ ਤੇ ਗਿਰੇ ਸੀ, ਇਕੱਠ ਕਰਕੇ ਗਏ ਸੀ। ਹੁਣ ਜਦੋਂ ਇਹ ਗੱਲਾਂ ਆਉਣ ਲੱਗ ਗਈਆਂ ਵੀ ਠੰਡਾ ਪੈ ਗਿਆ, ਹੁਣ ਤਾਂ ਕੁਝ ਨਹੀਂ ਹੋ ਸਕਦਾ, ਤਾਂ ਦੁੱਖ ਲੱਗਦਾ ਦਿਲ ਨੂੰ। ਕਿਉਂਕਿ ਅਸੀਂ ਜਿਹੜੀਆਂ ਉਦੋਂ ਇਹ ਸੌਹਾਂ ਖਾਧੀਆਂ ਸੀ ਵੀ ਅਸੀਂ ਜਦ ਤੱਕ ਇਹ ਸੰਘਰਸ਼ ਚੱਲੂਗਾ ਉਦੋਂ ਤੱਕ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ, ਤਾਂ ਅੱਜ ਸੰਘਰਸ਼ ਦਾ ਕੋਈ ਨਤੀਜਾ ਨਹੀਂ ਨਿਕਲਿਆ, ਅਸੀਂ ਜਿੱਤੇ ਨਹੀਂ, ਗੱਲ ਉੱਥੇ ਹੀ ਖੜੀ ਹੈ। ਪਰ ਇਹ ਹੈ ਵੀ ਨੈਗੇਟਿਵਿਟੀ ਜ਼ਰੂਰ ਸ਼ੁਰੂ ਹੋ ਗਈ ਵੀ ਪਤਾ ਨਹੀਂ ਕੀ ਹੋਊਗਾ, ਲੋਕ ਮੁੜ ਕੇ ਆ ਰਹੇ ਆ। ਉਹ ਚਾਹੇ ਕਰੋਨਾ ਦੀ ਆੜ 'ਚ ਚੱਲ ਪਿਆ ਕੰਮ, ਕਰੋਨਾ ਦੀ ਆੜ ਲੈ ਕੇ ਸਾਡਾ ਸੰਸਦ ਘੇਰਨ ਦਾ ਪ੍ਰੋਗਰਾਮ ਸੀ ਉਹ ਰੱਦ ਕਰ ਦਿੱਤਾ ਗਿਆ। ਇੱਥੇ ਕਿਤੇ ਨਾ ਕਿਤੇ ਮੈਂ ਇਹ ਗੱਲ ਮੰਨਦਾ ਵੀ ਜਥੇਬੰਦੀਆਂ ਦਾ ਇੱਥੇ ਰੋਲ ਅਦਾ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੇ ਉਹ ਕੀਤਾ ਨਹੀਂ। ਉਹ ਪ੍ਰੋਗਰਾਮ ਨਹੀਂ ਦਿੱਤੇ ਉਹਨਾਂ ਨੇ, ਚਾਹੇ ਉਹ ਪਿੰਡਾਂ 'ਚ ਆਪ ਮੁਹਾਰੀ ਦੇ ਦਿੰਦੇ ਵੀ ਇੱਕ ਪਿੰਡ ਦੀ ਪੰਚਾਇਤ ਇਕੱਠੇ ਕਰ ਲਓ ਭਾਈ, 5 ਮੈਂਬਰ ਇਕੱਠੇ ਕਰ ਲਓ, ਮਤਾ ਪਾਓ ਕਿਸਾਨੀ ਸੰਘਰਸ਼ ਦੇ ਵੀ ਅੱਜ ਅਸੀਂ ਕਾਲੀਆਂ ਝੰਡੀਆਂ ਲਾਉਣੀਆਂ ਨੇ, ਅੱਜ ਅਸੀਂ ਇੱਥੇ ਹਲੇ ਮੈਨੂੰ ਲੱਗਦਾ ਚੰਡੀਗੜ੍ਹ ਸਾਡਾ ਸ਼ਹਿਰ ਹੈ, ਇੱਥੇ ਲੋਕ ਚੌਂਕਾਂ 'ਚ ਹਲੇ ਤੱਕ ਖੜ੍ਹਦੇ ਆ। ਕੋਵਿਡ 'ਚ ਮੈਂ ਕੱਲ ਪਰਸੋਂ ਗਿਆ, ਲੇਡੀਜ਼ 60-60 ਸਾਲ ਦੀਆਂ ਖੜੀਆਂ ਸੀ ਚੌਂਕਾਂ 'ਚ। ਸੋ ਪਿੰਡਾਂ 'ਚ ਕਿਤੇ ਨਾ ਕਿਤੇ ਗੱਲ ਤਾਂ ਹੋ ਰਹੀ ਹੈ, ਪਰ ਗੱਲ ਨੈਗੇਟਿਵ ਤਰੀਕੇ ਨਾਲ ਹੋ ਰਹੀ ਹੈ। ਸੋ ਜਦੋਂ ਸੋਸ਼ਲ ਮੀਡੀਆ 'ਤੇ ਦੇਖੀਦਾ ਸੀ, ਸੁਣੀਦਾ ਸੀ, ਬੜਾ ਦਿਲ ਨੂੰ ਦੁੱਖ ਲੱਗਦਾ ਸੀ। ਇਹ ਲੱਗਦਾ ਸੀ ਵੀ ਇੱਕਦਮ ਨਾ ਕਿਨਾਰਾ ਜਿਹਾ ਹੋ ਗਿਆ ਸੰਘਰਸ਼ ਤੋਂ। ਤਾਂ ਕੋਸ਼ਿਸ਼, ਇਹ ਆਈਡੀਆ ਤਾਂ ਆਇਆ ਵੀ 2-3 ਦਿਨ ਪਹਿਲਾਂ ਇਸ ਸੰਘਰਸ਼ ਲਈ ਇੱਕ ਮੈਂ ਗੀਤ ਲਿਖਿਆ, ਆ ਜੋ ਮੁੰਡਿਓ ਚੱਲੀਏ, ਧਰਨੇ ਤੋਂ ਹੁੱਕਾ ਆਇਆ ਇਹ ਫੇਰ ਦੁਬਾਰੇ ਚੱਲੀਏ। ਤਾਂ ਮੈਨੂੰ ਲੱਗਿਆ ਵੀ ਜਿਵੇਂ ਪੁਰਾਣੇ ਸਮਿਆਂ 'ਚ ਕੋਈ ਪਿੰਡਾਂ 'ਚ ਹੁੱਕਾ ਦਿੱਤਾ ਜਾਂਦਾ ਸੀ, ਕੋਈ ਮੋਹਤਬਾਰ ਬੰਦਿਆਂ ਨੇ ਕੋਈ ਗੱਲ ਰੱਖਣੀ ਹੁੰਦੀ ਸੀ ਵੀ ਕਰੋਨਾ 'ਚ ਇਕੱਠ ਕਰ ਨਹੀਂ ਸਕਦੇ, ਇਕੱਠ ਬੰਦ ਨੇ ਬਿਲਕੁਲ ਕੀਤੇ ਹੋਏ, ਤਾਂ ਅਸੀਂ ਜਾ ਕੇ ਨਾਲੇ ਤਾਂ ਗੁਰੂ ਘਰ 'ਚ ਜਾ ਕੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰੀਏ ਮਹਾਰਾਜ ਅੱਗੇ, ਕਿਉਂਕਿ ਮਹਾਰਾਜ ਤੋਂ ਵੱਡਾ ਕੁਝ ਵੀ ਨਹੀਂ ਹੈਗਾ। ਤੇ ਨਾਲੇ ਪਿੰਡ ਦਿਆਂ ਲੋਕਾਂ ਨੂੰ, ਕਿਸਾਨ ਭੈਣ ਭਰਾਵਾਂ ਨੂੰ ਇਹ ਦੱਸੀਏ ਵੀ ਅੱਜ ਧਰਨਾ ਕਿੱਥੇ ਖੜਾ ਹੈ,
ਆਉਣ ਵਾਲੇ ਦਿਨਾਂ 'ਚ ਕੀ ਹੋਣਾ ਹੈ। ਕਿਉਂਕਿ ਹੱਲ ਅੱਜ ਮੈਂ ਤੁਹਾਡੇ ਕੈਮਰੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ, ਹੱਲ ਆਪਾਂ ਹੀ ਕਰਨਾ ਹੈ। ਜਦੋਂ ਤੱਕ ਤੁਸੀਂ ਹੱਲ ਨਹੀਂ ਕਰੋਗੇ ਇਹਨੂੰ 2 ਸਾਲ ਵੀ ਲੰਬਾ ਲੈ ਕੇ ਜਾ ਸਕਦੇ ਹੋ। ਕਈ ਹੁਣ ਸੱਜਣ ਸਾਨੂੰ ਕਹਿਣ ਲੱਗ ਜਾਂਦੇ ਨੇ ਵੀ ਤੁਸੀਂ ਤਾਂ ਯਾਰ ਹੁਣ ਠੰਡਾ ਪਾ ਤਾ, ਹੁਣ ਜਾਂਦੇ ਨਹੀਂ ਆਉਂਦੇ ਨਹੀਂ। ਇਹ ਮੈਨੂੰ ਕਹਿ ਕੇ ਜਾਂ ਕਿਸੇ ਹੋਰ ਨੂੰ ਕਹਿ ਕੇ ਕੁਛ ਨਹੀਂ ਹੋਣਾ। ਜਦੋਂ ਆਪਾਂ ਇੱਕ ਹੋ ਕੇ, ਕਿਉਂਕਿ ਜਦੋਂ 26 ਤਰੀਕ ਨੂੰ ਗਏ ਆ ਸਾਨੂੰ ਕੋਈ ਲੈ ਕੇ ਨਹੀਂ ਗਿਆ, ਅਸੀਂ ਆਪ ਮੁਹਾਰੇ। ਰਹਿ ਗਈ ਗੱਲ ਹੁੰਗਾਰੇ ਦੀ, ਜਿਵੇਂ ਅੱਜ ਬੱਲੋ ਮਾਜਰਾ ਪਿੰਡ ਜੱਸੀ ਸਰਪੰਚ ਸਾਡਾ ਭਰਾ, ਅੱਜ ਇਹਨਾਂ ਦੇ ਪਿੰਡ ਮੈਂ ਵੀਰ ਨੂੰ ਬੇਨਤੀ ਕੀਤੀ ਸੀ ਵੀ ਆਪਾਂ ਇਹ ਮੁਹਿੰਮ ਸ਼ੁਰੂ ਕਰਨ ਲੱਗੇ ਹਾਂ। ਵੀਰ ਸਾਡੇ ਨਾਲ ਕੰਮ ਕਰਦਾ, ਸਾਡਾ ਭਰਾ ਹੈ, ਕਹਿੰਦਾ ਸਾਡੇ ਪਿੰਡ ਤੋਂ ਸ਼ੁਰੂ ਕਰਦੇ ਹਾਂ। ਮੈਂ ਇਹਨੂੰ ਕਿਹਾ ਵੀ ਕੋਵਿਡ ਚੱਲਦਾ, ਆਪਾਂ ਇਕੱਠ ਨਹੀਂ ਕਰਨਾ। ਪਰ ਫਿਰ ਵੀ ਜਦੋਂ ਅਸੀਂ ਇੱਥੇ ਆਏ ਆਪ ਮੁਹਾਰੇ ਲੋਕ, ਕਿਉਂਕਿ ਕਿਸਾਨੀ ਦੇ ਨਾਂ 'ਤੇ ਹੁਣ ਸਾਨੂੰ ਕੋਈ ਰਾਹ ਨਹੀਂ ਦਿਖ ਰਿਹਾ, ਕਿਉਂਕਿ ਜਥੇਬੰਦੀਆਂ ਦੀ, ਜਿਵੇਂ ਮੈਂ ਪਹਿਲਾਂ ਕਿਹਾ, ਕਨੈਕਟੀਵਿਟੀ ਟੁੱਟ ਗਈ। ਕਿਸਾਨੀ ਦੇ ਨਾਂ 'ਤੇ ਲੋਕ ਅੱਜ ਵੀ ਉਨੇ ਹੀ ਫਿਕਰਮੰਦ ਨੇ, ਪਰ ਉਹਨਾਂ ਨੂੰ ਕੋਈ ਰਾਹ ਨਹੀਂ ਦਿਖ ਰਿਹਾ। ਅੱਜ ਅਸੀਂ ਆਏ ਹਾਂ ਇੱਥੇ, ਗੱਲਬਾਤ ਰੱਖੀ ਹੈ, ਪਿੰਡ ਵਾਲਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ, ਬਹੁਤ ਇਹ ਅੱਜ ਪਹਿਲਾ ਦਿਨ ਸੀ ਸਾਡਾ, ਇੰਨਾ ਭਰਵਾਂ ਹੰਗਾਰਾ ਦਿੱਤਾ ਲੋਕਾਂ ਨੇ, ਕਿਹਾ ਵੀ ਅਸੀਂ ਆਪ ਮੁਹਾਰੇ ਸ਼ੁਰੂ ਕਰਾਂਗੇ ਵੀ, ਕਿਉਂਕਿ ਪੰਜਾਬ ਦਾ 12,500 ਪਿੰਡ ਹੈ, ਅਸੀਂ ਸਾਰੇ ਥਾਵੇਂ ਨਹੀਂ ਜਾ ਸਕਦੇ। ਇੱਕ ਤਾਂ ਮੈਂ ਕਲਾਕਾਰ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਫਿਰ ਆਪਾਂ ਦੁਬਾਰੇ ਸਰਗਰਮ ਕਰੀਏ, ਗੁਰੂ ਘਰਾਂ 'ਚ ਜਾ ਕੇ ਲੌਸਮੈਂਟਾਂ ਕਰਵਾਈਏ, ਜਾ ਕੇ ਲੋਕਾਂ ਨੂੰ ਸਮਝਾਈਏ ਵੀ ਜਾਣਾ ਪੈਣਾ, ਜਾਏ ਤੋਂ ਬਿਨਾਂ ਕੋਈ ਹੱਲ ਨਹੀਂ ਹੋਣਾ। ਜਿੰਨੇ ਬੁੱਧੀਜੀਵੀ, ਸੋਸ਼ਲ ਪਬਲਿਕ ਫਿਗਰ, ਜਿੰਨੇ ਵੀ ਲੋਕ ਸੰਘਰਸ਼ ਨਾਲ ਜੁੜੇ ਆ, ਕਿਸਾਨੀ ਸੰਘਰਸ਼ ਲਈ ਫਿਕਰਮੰਦ ਹੈ, ਦੁਬਾਰੇ ਇਹ ਸ਼ੁਰੂ ਕਰੀਏ। ਸ਼ੁਰੂ ਤਾਂ ਹੀ ਕਰਾਂਗੇ ਜੇ ਪਹਿਲ ਕਰਨੀ ਪੈਣੀ ਆ। ਪਹਿਲ ਅਸੀਂ ਕੀਤੀ ਹੈ ਅਤੇ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਹੋਰ ਵੀ ਬਹੁਤ ਸੱਜਣ ਜੁੜਨਗੇ, ਆਪ ਮੁਹਾਰੇ ਜੁੜਨਗੇ, ਦਿੱਲੀ ਗਤੀਵਿਧੀ ਵਧੂਗੀ, ਇਹਦੇ ਨਾਲ ਆਉਣਾ ਜਾਣਾ ਸ਼ੁਰੂ ਹੋਊਗਾ। ਫਿਰ 15-20 ਦਿਨਾਂ ਤੱਕ ਅਸੀਂ ਇੱਕ ਐਸਾ ਪ੍ਰੋਗਰਾਮ ਉਲੀਕਾਂਗੇ ਵੀ ਉੱਥੇ ਇਕੱਠ ਕਰੀਏ, ਤਾਂ ਜੋ ਸਾਡੇ ਜਥੇਦਾਰ ਜਦ ਇਕੱਠ ਦੇਖਣ, ਉਹਨਾਂ ਤੇ ਪ੍ਰੈਸ਼ਰ ਪਵੇ, ਉਹਨਾਂ ਨੂੰ ਕਹੀਏ ਵੀ ਕੋਈ ਅੱਗੇ ਪ੍ਰੋਗਰਾਮ ਦੱਸੋ ਕੀ ਹੈ, ਅੱਗੇ ਕਰਨਾ ਦੱਸੋ ਕੀ ਹੈ। ਇੱਕ ਪ੍ਰੋਗਰਾਮ ਕੈਂਸਲ ਕੀਤਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਦੂਜਾ ਪ੍ਰੋਗਰਾਮ ਦੇ ਨਹੀਂ ਸਕਦੇ। ਵੱਡਾ ਪ੍ਰੋਗਰਾਮ ਕੋਈ ਉਲੀਕੀਏ, ਉਹ ਗੌਰਮੈਂਟ ਨਾਲ ਗੱਲਬਾਤ ਕਰਨ, ਗੱਲਬਾਤ ਦਾ ਰਾਹ ਖੁੱਲ੍ਹੇ, ਸਾਡਾ ਮਸਲਾ ਹੱਲ ਹੋਵੇ। ਕੇਂਦਰ ਸਰਕਾਰ ਦੇ ਰਾਹ 'ਤੇ ਲੱਗਦਾ ਕਿ ਪੰਜਾਬ ਸਰਕਾਰ ਵੀ ਚੱਲ ਰਹੀ ਹੈ। ਤੁਸੀਂ ਹੋਕਾ ਇੱਕ ਜਿਹੜੀ ਮੁਹਿੰਮ ਤੋਰੀ ਹੈ, ਬਹੁਤ ਸ਼ਲਾਘਾ ਹੋਏਗੀ ਚਾਰੇ ਪਾਸੇ, ਲੋਕਾਂ ਦੀ ਗੱਲਾਂ ਹੋਣਗੀਆਂ, ਜਸਬਾਜ ਬਾਜੀ ਫਿਰ ਆ ਗਏ ਅੱਗੇ। ਪਰ ਦੂਜੇ ਪਾਸੇ ਠਿਕਰੀ ਪਹਿਰਾ ਲਗਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਜੋ ਲੋਕ ਪਿੰਡ ਤੋਂ ਬਾਹਰ ਜਾਣਗੇ ਜਾਂ ਅੰਦਰ ਐਂਟਰ ਹੁੰਦੇ ਨੇ, ਉਹਨਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਵੀ ਚਾਹੀਦੀ ਹੈ। ਫਿਰ ਕਿਵੇਂ ਲੋਕਾਂ ਦੇ ਡਰ ਨਹੀਂ ਪੈਦਾ ਕੀਤਾ ਜਾ ਸਰਕਾਰ ਨੇ ਕਿ ਨਾ ਜਾਣ ਧਰਨੇ ਦੇ ਵਿੱਚ? ਇਹ ਦੇਖੋ, ਇਹ ਤਾਂ ਹੁਣ ਲੋਕਾਂ ਨੇ, ਸੰਗਤ ਨੇ ਆਪ ਫੈਸਲਾ ਲੈਣਾ ਨਾ। ਐ ਤਾਂ ਕੱਲ੍ਹ ਨੂੰ ਫਿਰ ਉੱਥੇ ਦਿੱਲੀ ਵਾਲੀ ਗੌਰਮੈਂਟ ਵੀ ਇਹ ਕਹਿ ਦੂਗੀ ਵੀ ਭਾਈ ਕਰੋਨਾ ਇੰਨਾ ਵੱਧ ਗਿਆ, ਪੱਟੀਏ ਮੋਰਚਾ ਧਰਨਾ, ਇੱਥੋਂ ਲਾਠੀ ਚਾਰਜ ਕਰਕੇ ਖਦੇੜ ਦੇਣਗੇ, ਫਿਰ ਸਾਡਾ ਇਹਦੇ ਨਾਲ ਮਸਲਾ ਥੋੜ੍ਹੀ ਹੱਲ ਹੋ ਜਾਊਗਾ। ਫਿਰ ਜੇ ਗੌਰਮੈਂਟ ਇੰਨੀ ਫਿਕਰਮੰਦ ਆ, ਅਸੀਂ ਵੀ ਫਿਕਰਮੰਦ ਆ, ਕਰੋਨਾ ਹੈਗਾ। ਅਸੀਂ ਇਕੱਠ ਕਰਨ ਨੂੰ ਅੱਜ ਇੱਥੇ 2000 ਬੰਦੇ ਦਾ ਇਕੱਠ ਕਰ ਸਕਦੇ ਸੀ, ਅਸੀਂ ਨਹੀਂ ਕੀਤਾ। ਅਸੀਂ ਇੱਕ ਰਾਹ ਅਪਣਾਇਆ। ਕਰੋਨਾ ਚੱਲ ਰਿਹਾ, ਇਹ ਨਹੀਂ ਪਤਾ ਕਦੋਂ ਖਤਮ ਹੋਣਾ ਹੈ। ਗੌਰਮੈਂਟਾਂ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਇਹਦਾ ਕੋਈ ਹੱਲ ਕਰਨ, ਪਰ ਕਰੋਨਾ ਚੱਲ ਰਿਹਾ, ਸਾਨੂੰ ਨਹੀਂ ਪਤਾ ਇਹ ਕਦੋਂ ਖਤਮ ਹੋਣਾ। ਪਰ ਇਹ ਕਰੋਨਾ ਤਾਂ 2 ਸਾਲ ਚੱਲੂਗਾ, ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ 2 ਸਾਲ ਅਸੀਂ ਆਪਦੀ ਕੋਈ ਲਾਮਬੰਦੀ ਨਹੀਂ ਕਰਾਂਗੇ। ਅਸੀਂ ਗੌਰਮੈਂਟ ਦੀਆਂ ਗਾਈਡਲਾਈਨਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਦਾ ਸਿਸਟਮ ਦੇ ਹਿਸਾਬ ਨਾਲ ਸ਼ੁਰੂ ਕੀਤਾ, ਕਿਉਂਕਿ ਪਿਛਲੇ ਦਿਨਾਂ ਦਰਮਿਆਨ ਤੁਸੀਂ ਦੇਖਿਆ ਪੰਜਾਬ 'ਚ ਮਹਾਂ ਪੰਚਾਇਤਾਂ ਤਾਂ ਹੋਈਆਂ, ਰੈਲੀਆਂ ਵੀ ਹੋਈਆਂ ਬਹੁਤ ਵੱਡੀਆਂ, ਤਾਂ ਲੋਕ ਇਕੱਠ ਕਰ ਰਹੇ ਸੀਗੇ। ਅਸੀਂ ਇਕੱਠ ਨਹੀਂ ਕੀਤਾ, ਅਸੀਂ ਇੱਕ ਬੋਲ ਕੇ ਨਗਰ ਦੇ ਗੁਰੂ ਘਰ 'ਚ ਜਾ ਕੇ ਲੌਸਮੈਂਟ ਕੀਤੀ ਹੈ ਵੀ ਭਾਈ ਚੱਲੀਏ। ਹੁਣ ਇਹਦਾ ਗੌਰਮੈਂਟ ਨੂੰ ਚਾਹੀਦਾ ਨਾ, ਜਾਂ ਤਾਂ ਗੌਰਮੈਂਟ ਪੰਜਾਬ ਸਰਕਾਰ ਦਿੱਲੀ ਨਾਲ ਗੱਲ ਕਰੇ ਅਤੇ ਮਸਲੇ ਦਾ ਹੱਲ ਕਰਾ ਦੇਵੇ। ਅਸੀਂ ਨਹੀਂ ਜਾਵਾਂਗੇ ਪਿੰਡਾਂ 'ਚ, ਜਿਹੜੇ ਸਾਡੇ ਭਰਾ ਬੈਠੇ ਆ ਉੱਥੇ ਉਹ ਵਾਪਸ ਆ ਜਾਣਗੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਅਸੀਂ ਗੌਰਮੈਂਟ ਦੀ ਕੋਈ ਵੀ ਗਾਈਡਲਾਈਨ ਆ ਜਿਹੜੀ ਉਹਦੇ ਖਿਲਾਫ ਨਹੀਂ ਜਾਵਾਂਗੇ। ਸਾਨੂੰ ਪਤਾ ਕਰੋਨਾ ਠੀਕ ਹੈ, ਅਸੀਂ ਵੀ ਨਾਗਰਿਕ ਹਾਂ ਇਸ ਮੁਲਕ ਦੇ, ਅਸੀਂ ਕੋਈ ਇਹ ਨਹੀਂ ਹੈਗਾ ਵੀ ਅਸੀਂ ਨਹੀਂ ਮੰਨਦੇ, ਮੈਂ ਮੰਨਦਾ ਵੀ ਹੈਗਾ। ਪਰ ਇਸ ਦਰਮਿਆਨ ਅਸੀਂ ਆਪਣੀ ਜੰਗ ਹੈ ਜਿਹੜੀ ਉਹ ਜਾਰੀ ਰੱਖਾਂਗੇ, ਕਿਉਂਕਿ ਹੁਣ ਨੈਗੇਟਿਵਿਟੀ ਪੈਦਾ ਹੋਣੀ ਸ਼ੁਰੂ ਹੋ ਗਈ ਵੀ ਠੰਡਾ ਪੈ ਗਿਆ। ਅਸੀਂ ਨਹੀਂ ਚਾਹੁੰਦੇ, ਸਾਨੂੰ ਦੁੱਖ ਲੱਗਦਾ ਇਸ ਚੀਜ਼ ਦਾ ਵੀ ਕੋਈ ਕਹੇ ਵੀ ਠੰਡਾ ਪੈ ਗਿਆ, ਹੁਣ ਕੁਝ ਨਹੀਂ ਹੋ ਸਕਦਾ। ਜਦ ਤੱਕ ਇਹ ਜੰਗ ਜਿੱਤਦੇ ਨਹੀਂ, ਜਦ ਤੱਕ ਚਾਹੇ ਕੁਝ ਵੀ ਹੋ ਜਾਵੇ, ਅਸੀਂ ਟਿਕ ਕੇ ਨਹੀਂ ਬੈਠਾਂਗੇ। ਜਦ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਅਸੀਂ ਜੋ ਸਾਡੇ ਤੋਂ ਸਰਦਾ ਵਰਦਾ ਹੋਇਆ, ਜੋ ਮਹਾਰਾਜ ਨੇ ਸਾਨੂੰ ਮੱਤ ਬਖਸ਼ੀ, ਅਸੀਂ ਉਹਦੇ ਹਿਸਾਬ ਨਾਲ ਅਸੀਂ ਕਰੀ ਜਾਵਾਂਗੇ। ਬਾਜਵਾ ਸਾਹਿਬ, ਜਦੋਂ ਕਿਸਾਨ ਭਵਨ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ, 32 ਜਥੇਬੰਦੀਆਂ, ਤੁਸੀਂ ਵੀ ਹੁੰਦੇ ਹੋ ਨਾਲ, ਕਨਵਰ ਗਰੇਵਾਲ, ਲੱਖਾ ਸਿਧਾਣਾ, ਉਹਦੇ ਵਿੱਚ ਦੀਪ ਸਿੱਧੂ ਦਾ ਬਾਈਕਾਟ ਕਰ ਦਿੱਤਾ ਜਾਂਦਾ ਹੈ। ਪਰ ਉਸ ਤੋਂ ਬਾਅਦ ਹੁਣ ਜਥੇਬੰਦੀਆਂ 'ਤੇ ਉਂਗਲ ਚੁੱਕਣ ਲੱਗ ਗਏ ਨੇ ਲੋਕ ਕਿ ਕੋਈ ਕਾਮਰੇਡ ਕਹਿ ਰਿਹਾ, ਜਾਂ ਫਿਰ ਜਿਸ ਤਰੀਕੇ ਨਾਲ ਕਿਸਾਨੀ ਸੰਘਰਸ਼ ਠੰਡਾ ਪੈ ਰਿਹਾ, ਇਸ ਦੇ ਵਿੱਚ ਕਿਆ ਲੱਗਦਾ ਕਿ ਜਥੇਬੰਦੀਆਂ ਦੀ ਕਮੀ ਆਈ ਹੈ ਜਾਂ ਲੋਕਾਂ ਦੀ ਕਮੀ ਹੈ? ਕਿ ਲੋਕਾਂ ਨੇ ਤਾਂ ਆਪਣਾ ਪੂਰਾ ਜ਼ੋਰ ਲਾਤਾ, ਚਾਹੇ ਬੈਰੀਕੇਡਿੰਗ ਤੋੜਨੀ ਹੈ, ਚਾਹੇ ਕੁਝ ਵੀ ਕਰਨਾ ਹੈ, ਪਰ ਹੁਣ ਲੱਗਦਾ ਕਮੀ ਕਿੱਥੇ ਆ ਗਈ? ਫਿਰ ਲੋਕਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ, ਤੁਸੀਂ ਬਿਲਕੁਲ ਸੱਚ ਕਿਹਾ। ਸੰਗਤ ਨੇ ਕੋਈ ਕਸਰ ਨਹੀਂ ਛੱਡੀ, ਚਾਹੇ ਸੇਵਾ ਪੱਖੋਂ, ਚਾਹੇ ਇਕੱਠ ਪੱਖੋਂ, ਚਾਹੇ ਕਿਸੇ ਵੀ ਪੱਖੋਂ। ਤਾਂ ਮੈਂ ਇਹ ਬੇਨਤੀ ਹੀ ਕਰਨਾ ਚਾਹੁੰਦਾ, ਇਹ ਸਿੰਪਲ ਲਫ਼ਜ਼ਾਂ 'ਚ ਗੱਲ ਸਮਝਾਉਣਾ ਚਾਹੁੰਦਾ ਵੀ ਆਪਾਂ ਨੂੰ ਹੀ ਡਿਸੀਜ਼ਨ ਲੈਣਾ ਪੈਣਾ।
ਇਹ ਕੋਈ ਪੱਕਾ ਨਹੀਂ ਹੈਗਾ ਵੀ ਜਿਵੇਂ 5 ਸਾਲ ਵਾਸਤੇ ਮੁੱਖ ਮੰਤਰੀ ਹੋ ਗਿਆ ਵੀ ਜੇ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਤੋਂ ਨਹੀਂ ਕੁਝ ਹੋ ਰਿਹਾ ਵੀ ਹੁਣ ਅਸੀਂ ਕੁਝ ਕਰ ਨਹੀਂ ਸਕਦੇ। ਉੱਥੇ ਲੈ ਕੇ ਜਾਣ ਵਾਲੇ ਵੀ ਉਹਨਾਂ ਨੂੰ ਅਸੀਂ ਆ, ਤਾਂ ਡਿਸੀਜਨ ਵੀ ਹੁਣ ਅਸੀਂ ਆਪ ਲੈਣਾ ਵੀ ਅਸੀਂ ਅੱਗੇ ਕੀ ਕਰਨਾ ਹੈ। ਕੰਮ ਠੰਡਾ ਪਾਉਣ ਵਾਲੇ, ਗੱਲਾਂ ਕਰਨ ਵਾਲੇ ਵੀ ਅਸੀਂ ਆ ਪਿੰਡਾਂ 'ਚ। ਅਸੀਂ ਲੋਕ ਹੀ ਧਰਨਿਆਂ ਤੋਂ ਆਏ ਆ ਤੇ ਅਸੀਂ ਲੋਕ ਹੀ ਗੱਲਾਂ ਕਰਦੇ ਆ ਵੀ ਠੰਡਾ ਪੈ ਗਿਆ, ਠੰਡਾ ਪੈ ਗਿਆ। ਨਹੀਂ, ਹੱਲ ਨਹੀਂ ਨਿਕਲਿਆ, ਇਹਦੇ ਨਾਲ ਹੱਲ ਨਹੀਂ ਕੋਈ ਨਿਕਲਣਾ। ਦੁਬਾਰੇ ਜਾਣਾ ਪੈਣਾ, ਸਰਗਰਮੀ ਕਰਨੀ ਪੈਣੀ ਆ ਉੱਥੇ, ਤਾਂ ਜੋ ਪ੍ਰੈਸ਼ਰ ਪਵੇ। ਜੇ ਨਹੀਂ ਉਹਨਾਂ ਤੋਂ ਗੱਲਬਾਤ ਅੱਗੇ ਸਾਡੀ ਅਗਵਾਈ ਕਰ ਹੁੰਦੀ ਤਾਂ ਉਹ ਭਾਈ ਅਸੀਂ ਆਪਦਾ ਕੋਈ ਹੋਰ ਹੱਲ ਸੰਗਤ ਦੇਖੇ। ਪਰ ਇਦਾਂ ਤਾਂ ਲੰਬਾ ਲਟਕੀ ਜਾਊਗਾ, ਗਵਰਨਮੈਂਟ ਨੂੰ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ। ਬੰਗਾਲ ਦੀ ਚੋਣਾਂ ਤੋਂ ਬਾਅਦ ਹੀ ਕਾਸ ਹੋਈ ਸੀ ਕਿ ਬੀਜੇਪੀ ਹਾਰ ਗਈ ਤਾਂ ਹੁਣ ਕਿਤੇ ਨਾ ਕਿਤੇ ਜਿਹੜੇ ਆਰਡੀਨੈਂਸ ਨੇ ਰੱਦ ਹੋ ਜਾਣਗੇ। ਪਰ ਜਿਹੜਾ ਲੱਗਦਾ ਕਿ ਪ੍ਰੋਗਰਾਮ ਜਥੇਬੰਦੀਆਂ ਵੱਲੋਂ ਨਹੀਂ ਦਿੱਤਾ ਜਾ ਰਿਹਾ, ਇਸ ਦਾ ਲੱਗਦਾ ਕਿ ਨੌਜਵਾਨਾਂ ਦੇ ਵਿੱਚ ਇਸ ਦਾ ਰੋਸ ਪਾਇਆ ਜਾ ਰਿਹਾ, ਤਾਂ ਨੌਜਵਾਨ ਘੱਟ ਜਿਹੜੇ ਜਾ ਰਹੇ ਨੇ ਉੱਥੇ ਕਿਸਾਨੀ ਸੰਘਰਸ਼ ਦੇ ਇਹ ਵਿੱਚ। ਰੋਸ ਹੀ ਆ ਬਾਈ ਜੀ, ਇਹ ਰੋਸ ਦਾ ਹੀ ਇੱਕ ਅੱਜ ਤੁਸੀਂ ਲਾ ਲਓ ਵੀ ਜ਼ਰੀਆ ਵੀ ਬੰਗਾਲ ਇਲੈਕਸ਼ਨ 'ਚ ਪਹਿਲਾਂ ਕਹਤਾ ਜੀ ਬੰਗਾਲ ਇਲੈਕਸ਼ਨ 'ਚ ਬਿਜ਼ੀ ਆ, ਹੁਣ ਬੰਗਾਲ ਇਲੈਕਸ਼ਨ 'ਚ ਨਿਬੜ ਗਈ, ਸਭ ਕੁਝ ਹੋ ਗਿਆ। ਫਿਰ ਕਹਿਣ ਲੱਗੇ ਮਮਤਾ ਜਿੱਤੂਗੀ ਤਾਂ ਕਾਨੂੰਨ ਰੱਦ ਹੋਣਗੇ। ਇਹ ਗੱਲਾਂ ਬਾਤਾਂ ਵੀ ਹੋਈਆਂ। ਹੁਣ ਮਮਤਾ ਵੀ ਜਿੱਤ ਗਈ, ਉੱਥੇ ਤੁਸੀਂ ਜਿਤਾ ਕੇ ਵੀ ਆਏ ਹੋ, ਕਿਸਾਨ ਭਰਾ ਗਏ ਆ ਜਥੇਬੰਦੀਆਂ ਦੇ। ਪਰ ਸਾਡਾ ਤਾਂ ਮਸਲਾ ਉੱਥੇ ਹੀ ਖੜਾ ਨਾ ਹਾਲੇ ਤੱਕ। ਜਥੇਬੰਦੀਆਂ ਨੇ ਮਮਤਾ ਜਿੱਤ ਗਈ, ਕੋਈ ਉਦੋਂ ਬਾਅਦ ਸਟੇਟਮੈਂਟ ਕੋਈ ਪ੍ਰੋਗਰਾਮ ਨਹੀਂ ਦਿੱਤਾ ਨਾ। ਤਾਂ ਸਾਡੇ ਅਸੀਂ ਅੱਜ ਪੰਜਾਬ ਦੇ ਲੋਕਾਂ 'ਚ ਨਿਰਾਸ਼ਾ ਕਿਉਂ ਹੈ? ਕਿਉਂਕਿ ਕੋਈ ਪ੍ਰੋਗਰਾਮ ਹੀ ਨਹੀਂ ਉਲੀਕ ਰਹੇ। ਸਿਰਫ ਇੱਕੋ ਹੀ ਗੱਲ ਹੈ, ਕੋਵਿਡ। ਠੀਕ ਹੈ, ਮੰਨਦੇ ਆ ਕੋਵਿਡ, ਗੌਰਮੈਂਟਾਂ ਦੇ ਕੰਮ ਤਾਂ ਨਹੀਂ ਖੜ ਗਏ ਕੋਵਿਡ ਕਰਕੇ। ਗੌਰਮੈਂਟਾਂ ਚੱਲ ਰਹੀਆਂ ਨੇ ਨਾ, ਸਭ ਕੁਝ ਹੋ ਰਿਹਾ ਹੈ। ਪ੍ਰਧਾਨ ਮੰਤਰੀ ਸਾਹਿਬ ਕਿੰਨੀਆਂ ਵਰਚੁਅਲ ਮੀਟਿੰਗਸ ਕਰਦੇ ਆ ਪੰਜਾਬ ਦੇ ਹੋਰ ਅਲੱਗ-ਅਲੱਗ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ। ਸੋ ਸਾਡੇ ਨਾਲ ਕੋਈ ਵਰਚੁਅਲ ਮੀਟਿੰਗ ਰੱਖ ਲੈਣ, ਗੱਲਬਾਤ ਦਾ ਜ਼ਰੀਆ ਬਣਿਆ ਰਹੇ। ਸੋ ਤਾਂ ਕਰਕੇ ਨੌਜਵਾਨੀ 'ਚ ਨਿਰਾਸ਼ਾ ਹੈ। ਅਸੀਂ ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇੱਕ ਵਾਰੀ ਦੁਬਾਰੇ ਫਿਰ ਤੋਂ ਸਰਗਰਮੀ ਕੀਤੀ ਜਾਵੇ। ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਮੀਡੀਆ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਕਿਸੇ ਜਥੇਦਾਰ ਨੇ, ਕਿਸੇ ਆਗੂ ਨੇ, ਮੈਂ ਜਾਂ ਕਿਸੇ ਵੀ ਬੰਦੇ ਨੇ ਤੁਹਾਡਾ ਕੋਈ ਹੱਲ ਨਹੀਂ ਕਰਨਾ। ਸੰਗਤ ਨੂੰ ਹੱਲ ਆਪਣੇ ਆਪ ਹੀ ਕਰਨਾ ਪੈਣਾ। ਪ੍ਰੈਸ਼ਰ ਬਣਾਉਣਾ ਪੈਣਾ। ਹੱਲ ਕਿਵੇਂ ਹੋਊਗਾ? ਪ੍ਰੈਸ਼ਰ ਬਣਾਉਣਾ ਪੈਣਾ। ਜਦ ਤੱਕ ਤੁਸੀਂ ਜਾ ਕੇ ਪ੍ਰੈਸ਼ਰ ਨਹੀਂ ਬਣਾਉਂਦੇ ਉਦੋਂ ਤੱਕ ਇਹ ਕੰਮ ਇਦਾਂ ਹੀ ਲਟਕੀ ਜਾਊਗਾ। ਸੋ ਆਪ ਮੁਹਾਰੇ ਆਪਾਂ ਰਲ ਮਿਲ ਕੇ ਚੱਲੀਏ, ਸਾਰਾ ਪੰਜਾਬ ਇਕੱਠਾ ਹੋ ਕੇ ਚੱਲੇ, ਨਾਲ ਹਰਿਆਣੇ ਨੂੰ ਲੈ ਕੇ ਚੱਲੀਏ, ਤਾਂ ਜੋ ਦੁਬਾਰੇ ਗੱਲਬਾਤ ਦਾ ਰਾਹ ਉਹਨਾਂ ਨਾਲ ਖੁੱਲ੍ਹ ਸਕੇ। 2-3 ਮਹੀਨੇ ਤਾਂ ਲਗਾਤਾਰ ਮਾਵਾਂ ਭੈਣਾਂ ਵੀ ਪੂਰੇ ਜੈਕਾਰੇ ਲਾਉਂਦੀਆਂ ਦਿੱਲੀ ਦੇ ਬਾਰਡਰਾਂ 'ਤੇ ਗਈਆਂ ਨੇ। ਪਿਛਲੀ ਘਟਨਾ ਜਿਹੜੀ ਹੋਈ ਹੈ ਰੇਪ ਦੀ, ਉਸ ਤੋਂ ਬਾਅਦ ਜਿਹੜੇ ਟੁੱਟ ਗਿਆ ਮਨ ਲੱਗਦਾ ਕਿਤੇ ਲੋਕਾਂ ਨੂੰ ਕਿ ਕਿਤੇ ਨਾ ਕਿਤੇ ਸਾਡੀਆਂ ਮਾਵਾਂ ਭੈਣਾਂ ਨਾਲ ਵੀ ਇੱਦਾਂ ਨਾ ਹੋਏ। ਕਿਆ ਲੱਗਦਾ ਕਿ ਕਿਸਾਨੀ ਸੰਘਰਸ਼ ਨੂੰ ਜਥੇਬੰਦੀਆਂ ਕੋਈ ਪ੍ਰੋਗਰਾਮ ਨਹੀਂ ਦੇ ਰਹੀਆਂ ਤਾਂ ਇਸ ਨੂੰ ਲੈ ਕੇ ਕਿਆ ਬਦਨਾਮ ਕਰਕੇ ਨਾ ਕਿਤੇ ਭੇਜ ਦੇਣ ਫਿਰ ਲੋਕਾਂ ਨੂੰ ਇੱਥੇ? ਮੰਦਭਾਗੀ ਘਟਨਾ ਸੀ ਜੋ ਉੱਥੇ ਹੋਇਆ, ਵਾਪਰਿਆ। ਜਥੇਬੰਦੀਆਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ। ਅਸੀਂ ਆਗੂ ਉਹ ਚੁਣੇ ਹੋਏ ਆ, ਸਾਡੀ ਨੁਮਾਇੰਦਗੀ ਕਰਦੇ ਆ ਉਹ। ਠੀਕ, ਗੌਰਮੈਂਟਾਂ ਹਰ ਟਾਈਮ ਸਾਜ਼ਿਸ਼ 'ਚ ਨੇ ਵੀ ਕਿਵੇਂ ਅਸੀਂ ਇਹਨਾਂ ਨੂੰ ਪੱਟਣਾ, ਕਿਵੇਂ ਅਸੀਂ ਖਦੇੜਨਾ। ਸੋ ਸਾਨੂੰ ਉੱਥੇ 4 ਅੱਖਾਂ ਖੋਲ੍ਹ ਕੇ ਜਾਗਣਾ ਪੈਣਾ, 2 ਨਹੀਂ 4। ਸਾਨੂੰ ਆਲਾ ਦੁਆਲਾ ਦੇਖਣਾ ਪੈਣਾ, ਠਿਕਰੀ ਪੈਰਿਆਂ ਦਾ ਪ੍ਰਬੰਧ ਕਰਨਾ ਪੈਣਾ। ਉਹਨਾਂ ਨੇ ਹਰ ਬਣਦੀ ਸੰਭਵ ਕੋਸ਼ਿਸ਼ ਕਰਨੀ ਹੈ, ਚਾਹੇ ਬਦਨਾਮ ਕਰਨ ਦੀ। ਕਿਉਂਕਿ ਦੁਨੀਆ ਦਾ ਮੀਡੀਆ ਸੀ 26 ਤਰੀਕ ਨੂੰ ਜਿਹਦੇ ਮੂਹਰੇ ਇਹ ਗੱਲ ਕਹਿਤਾ ਵੀ ਇਹ ਤਾਂ ਜੀ ਅੱਤਵਾਦੀ ਨੇ, ਤਾਂ ਜੀ ਇਹਨਾਂ ਨੇ ਤਾਂ ਝੰਡਾ ਚਾੜਤਾ, ਇਹ ਚਾੜਤਾ। ਉਹ ਨੈਗੇਟਿਵ ਕਰਤਾ ਲੋਕਾਂ ਨੂੰ। ਇੱਦਾਂ ਹੀ ਗੌਰਮੈਂਟਾਂ ਦੇ ਸੈੱਲ ਬਣੇ ਹੋਏ ਆ ਜਿਹੜੇ ਲਗਾਤਾਰ ਆਪਣਾ ਸੋਸ਼ਲ ਮੀਡੀਆ 'ਤੇ ਵੀ ਕੰਮ ਕਰ ਰਹੇ ਆ, ਧਰਨੇ ਦੇ ਵਿੱਚ ਵੀ ਆਉਂਦੇ ਆ, ਅੱਗਾਂ ਲਾ ਕੇ ਜਾਂਦੇ ਆ, ਸਭ ਕੁਝ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਦੋਂ ਜੰਗਾਂ ਚੱਲਦੀਆਂ ਨੇ ਤਾਂ ਉਹ ਨਿੱਠ ਕੇ ਲੜਾਈ ਲੜਨੀ ਪੈਂਦੀ ਆ। ਇਹ ਚੀਜ਼ਾਂ ਤਾਂ ਹੀ ਅਸੀਂ ਲੜ ਸਕਾਂਗੇ ਜੇ ਸਾਡੇ 'ਚ ਮੈਨ ਪਾਵਰ ਹੋਊਗੀ, ਉੱਥੇ ਇਕੱਠ ਵਧੂਗਾ। ਜੇ ਉੱਥੇ 3 ਲੱਖ ਬੰਦਾ ਹੋਊਗਾ, ਕੋਈ ਤਾਕਤ ਨਹੀਂ ਕਰੂਗਾ ਕੋਈ ਬੰਦਾ ਸਾਡੇ ਧਰਨੇ ਜਾਂ ਸਾਡੇ ਜਿਹੜੇ ਉੱਥੇ ਸਾਡੇ ਘਰ ਬਣਾਏ ਹੋਏ ਨੇ ਉਹਨਾਂ ਵੱਲ ਝਾਕਣ ਦੀ। ਸੋ ਤਾਂ ਹੀ ਕਰਕੇ ਮੈਂ ਅਪੀਲ ਕਰਨ ਆਇਆ, ਅਪੀਲ ਕਰਨਾ ਚਾਹੁੰਦਾ ਪੰਜਾਬ ਦੀ ਨੌਜਵਾਨੀ ਨੂੰ ਖਾਸ ਕਰਕੇ ਵੀ ਆਪਾਂ ਦੁਬਾਰੇ ਰਲ ਮਿਲ ਕੇ ਚੱਲੀਏ ਤਾਂ ਗੱਲ ਕਿਸੇ ਕੰਢੇ ਲੱਗੇ। ਪ੍ਰੋਗਰਾਮ ਕੋਈ ਨਵਾਂ ਲਿਖਣ ਵਾਸਤੇ ਜਥੇਬੰਦੀਆਂ ਨਾਲ ਤੁਹਾਡੀ ਕਲਾਕਾਰਾਂ ਦੀ ਮੀਟਿੰਗ ਹੋਏਗੀ ਦੁਬਾਰੇ? ਕਿਉਂ ਗੱਲ ਕਰੀਏ ਕਾਫੀ ਲੰਬਾ ਸਮਾਂ ਹੋਇਆ ਕੋਈ ਮੀਟਿੰਗ ਤੁਹਾਡੇ ਨਾਲ ਕਿਸੇ ਕਲਾਕਾਰ ਨਾਲ ਨਹੀਂ ਹੋਈ? ਦੇਖੋ ਬਾਈ ਜੀ, ਮੈਨੂੰ ਨਹੀਂ ਪਤਾ। ਇਹ ਅਸਲ 'ਚ ਇਹ ਸੰਘਰਸ਼ ਜਿਹੜੀਆਂ ਇਹ ਚੀਜ਼ਾਂ ਚੱਲੀਆਂ ਨੇ ਨਾ, ਇਹ ਤਾਂ ਹੀ ਚੱਲੀਆਂ ਨੇ ਕਿਉਂਕਿ ਗੱਲਬਾਤ ਕਨੈਕਟੀਵਿਟੀ ਟੁੱਟ ਗਈ। ਜਥੇਬੰਦੀਆਂ ਦੇ ਜਿਹੜੇ ਆਗੂ ਸਾਹਿਬਾਨ ਨੇ ਉਹ ਕਦੇ ਕੋਈ ਐਦਾਂ ਦੀ ਮੀਟਿੰਗ ਉਹਨਾਂ ਨੇ ਰੱਖੀ ਨਹੀਂ ਵੀ ਆਓ ਆਪਾਂ ਰਲ ਕੇ ਸਾਰੇ ਗੱਲਬਾਤ ਕਰੀਏ। ਉਹਨੂੰ ਵੀ ਪਿੱਛੇ ਹਟਾਉਣ ਨੂੰ ਫਿਰਦੇ ਨੇ। ਨਹੀਂ, ਪਿੱਛੇ ਅੱਗੇ ਆਉਣ ਦਾ ਤਾਂ ਮਸਲਾ ਹੀ ਨਹੀਂ। ਇਹ ਤਾਂ ਮਸਲਾ ਹੀ ਨਹੀਂ ਵੀ ਮੈਂ ਅੱਗੇ ਜਾਣਾ ਜਾਂ ਮੈਨੂੰ ਤਾਂ ਮਹਾਰਾਜ ਨੇ ਇੰਨਾ ਮਾਣ ਪਹਿਲਾਂ ਹੀ ਪੰਜਾਬ ਦੀ ਸੰਗਤ ਨੇ ਬਖਸ਼ਿਆ। ਕੋਈ ਇਹਨਾਂ ਚੀਜ਼ਾਂ ਨਾਲ ਫਰਕ ਹੀ ਨਹੀਂ ਪੈਂਦਾ। ਇਹ ਤਾਂ ਅਸੀਂ ਆਪਦਾ ਇੱਕ ਫਰਜ਼ ਸਮਝਦੇ ਹੋਏ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਕਿਉਂਕਿ ਲੋਕਾਂ ਨੇ ਇਹੀ ਸਾਨੂੰ ਬਣਾਇਆ। ਜਥੇਬੰਦੀਆਂ ਦੇ ਦੋਸ਼ ਬਹੁਤ ਲੱਗੇ ਨੇ। ਬਾਜਵਾ ਸਾਹਿਬ ਕੀ ਕਹਿੰਦੇ, ਲੀਡਰ ਬਣਨ ਨੂੰ ਫਿਰਦੇ ਨੇ, ਤਾਰ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਲੋਕਾਂ ਦੀ ਜਿਹੜੀ ਗੱਲ ਸੱਚ ਹੁੰਦੀ ਜਾ ਰਹੀ ਹੈ। ਫਿਰ ਮੈਂ ਕਹਿੰਦਾ ਦੇਖੋ
ਕੋਈ ਫਰਕ ਨਹੀਂ ਪੈਂਦਾ ਨਾ ਚੀਜ਼ਾਂ ਨਾਲ, ਜੋ ਜਿਹਦੇ ਦਿਲ 'ਚ ਹੈ ਉਹ ਉਹਨੇ ਕਰ ਲੈਣਾ। ਪਰ ਸਾਡਾ ਮਸਲਾ ਤਾਂ ਉੱਥੇ ਹੀ ਖੜਾ ਨਾ, ਅਸੀਂ ਕਿਸਾਨੀ ਸੰਘਰਸ਼ ਨੂੰ ਲੈ ਕੇ ਚੱਲੇ ਸੀ। ਜੇ ਨਹੀਂ ਆਉਣ ਵਾਲੇ ਦਿਨਾਂ 'ਚ ਕੋਈ ਪ੍ਰੋਗਰਾਮ ਲਿਖਣਗੇ ਤਾਂ ਫਿਰ ਅਸੀਂ ਕੋਈ ਆਪਦਾ ਹੋਰ ਹਿਸਾਬ ਕਿਤਾਬ ਦੇਖ ਲਾਂਗੇ। ਕੋਈ ਨਾ ਕੋਈ ਅਗਵਾਈ ਕਰਨ ਵਾਲਾ ਇਕੱਲਾ ਐਂ ਤਾਂ ਹੈ ਨਹੀਂ ਵੀ ਕੋਈ 5 ਸਾਲ ਲਈ ਸਰਕਾਰ ਬਣਾਤੀ, ਸਾਡੇ ਕੋਲ ਤਾਂ ਫਿਰ ਹੋਰ ਅੱਗੇ ਬਹੁਤ ਪ੍ਰੋਗਰਾਮ ਨੇ ਨਾ, ਅਸੀਂ ਆਪ ਮੁਹਾਰੇ ਸ਼ੁਰੂ ਕਰ ਲਾਂਗੇ। ਸਾਨੂੰ ਇਹਨਾਂ ਚੀਜ਼, ਸਾਡਾ ਮਸਲਾ ਸਿਰਫ ਇਹਨਾਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਉਹ ਜਿਵੇਂ ਵੀ ਮਰਜ਼ੀ ਕਰਵਾਈਏ, ਸਾਡੀ ਪ੍ਰਾਇਓਰਟੀ ਉਹੀ ਹੈ। ਪਰ ਮੈਂ ਬੇਨਤੀ ਕਰਨਾ ਚਾਹੁੰਦਾ, ਕੋਈ ਇਹ ਨਹੀਂ ਵੀ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਆ ਜਾਂ ਅਸੀਂ ਉਹਨਾਂ ਦੇ, ਮੈਂ ਤਾਂ ਅੱਜ ਤੱਕ ਲਾਸਟ ਕਾਲ ਤੱਕ ਜਥੇਬੰਦੀਆਂ ਦੀ ਜਿੰਨੀਆਂ ਵੀ ਕਾਲਾਂ ਆਈਆਂ, ਹਰ ਇੱਕ ਕਾਲ ਨੂੰ ਸਿਰ ਮੱਥੇ ਮੰਨ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਇਹ ਮੇਰੀ ਆਵਾਜ਼ ਨਹੀਂ, ਅੱਜ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਵੀ ਦੁਬਾਰੇ ਸਾਨੂੰ ਕੋਈ ਇੱਦਾਂ ਦਾ ਪ੍ਰੋਗਰਾਮ ਲੀਕ ਕੇ ਦਿਓ ਜਿਹਦੇ ਨਾਲ ਅਸੀਂ ਦੁਬਾਰੇ ਉਹੀ ਲਹਿਰ ਖੜੀ ਕਰ ਸਕੀਏ। ਮੈਂ ਵੀ ਬੇਨਤੀ ਕਰਦਾ ਵੀ ਤੁਸੀਂ 32 ਆਗੂ ਸਾਹਿਬਾਨ ਨੂੰ ਇੱਕ ਤਾਂ ਸਲਾਹਾਂ ਲੋਕਾਂ ਦੀਆਂ ਜ਼ਰੂਰ ਲਿਆ ਕਰੋ। ਜਿਹੜਾ ਕੋਈ ਵੀ ਬੰਦਾ ਸਲਾਹ, ਤਾਂ ਸਿਆਣੇ ਕਹਿੰਦੇ ਨੇ ਕੰਧ ਦੀ ਵੀ ਲੈ ਲੈਣੀ ਚਾਹੀਦੀ ਹੈ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਕੀ ਕਰੀਏ। ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਇੱਦਾਂ ਦਾ ਲੀਕੋ, ਗੱਲਬਾਤ ਦਾ ਉੱਥੇ ਜ਼ਰੀਆ ਬਣਾਓ, ਬੈਠੋ ਤੇ ਗੌਰਮੈਂਟ 'ਤੇ, ਜਿਹਦੇ ਨਾਲ ਗੌਰਮੈਂਟ 'ਤੇ ਪ੍ਰੈਸ਼ਰ ਪਵੇ ਤੇ ਕੋਈ ਨਾ ਕੋਈ ਇੱਦਾਂ ਦਾ ਪ੍ਰੋਗਰਾਮ ਲੀਕੋ ਜਿਹਦੇ ਨਾਲ ਇੱਕਦਮ ਇੱਕ ਲਹਿਰ 'ਚ ਜਿਵੇਂ 26 ਤਰੀਕ ਵਾਲਾ ਜੋਸ਼ ਦੁਬਾਰੇ ਆਵੇ, ਤਾਂ ਜੋ ਅਸੀਂ ਆਪਣੀ ਗੱਲ ਹੈ ਜਿਹੜੀ ਗੌਰਮੈਂਟ ਦੇ ਕੰਨੇ ਪਾ ਸਕੀਏ। ਬਿਲਕੁਲ, ਧੰਨਵਾਦ। ਤੁਸੀਂ ਦੇਖ ਸਕਦੇ ਹੋ ਇਹ ਸਨ ਜਸ ਬਾਜਵਾ, ਜਿਨ੍ਹਾਂ ਨੇ ਇਹ ਸੰਘਰਸ਼, ਗੱਲ ਕਰੀ ਤਾਂ 32 ਜਥੇਬੰਦੀਆਂ ਦੇ ਨਾਲ, ਕਲਾਕਾਰਾਂ ਦੇ ਨਾਲ ਮਿਲ ਕੇ ਸ਼ੁਰੂ ਕੀਤਾ ਸੀ ਤੇ ਹੁਣ ਇਹਨਾਂ ਨੇ ਅਪੀਲ ਕੀਤੀ ਹੈ ਕਿ ਹੁਣ ਪਿੰਡ ਪਿੰਡ ਜਾ ਕੇ ਅਨਾਉਂਸਮੈਂਟ ਕਰਾਵਾਂਗੇ, ਲੋਕਾਂ ਨੂੰ ਫਿਰ ਤੋਂ ਜਾਗਰੂਕ ਕਰਾਂਗੇ ਤੇ ਇੱਕ ਵੱਡਾ ਸੰਘਰਸ਼ ਮੁੜ ਤੋਂ ਦਿੱਲੀ ਦੇ ਬਰੂਹਾਂ ਤੇ ਬਿਠਾਵਾਂਗੇ। ਤੇ ਹੁਣ ਆਉਣ ਦਿਨਾਂ 'ਚ ਦੇਖਦੇ ਹਾਂ ਕਿ ਇਹਨਾਂ ਦੀ ਮੁਹਿੰਮ ਤੋਰੀ ਹੋਈ ਹੋਕਾ ਕਿੰਨਾ ਕੁ ਜਿਹੜਾ ਕਿਸਾਨਾਂ ਨੂੰ ਜਾਂ ਨੌਜਵਾਨਾਂ ਨੂੰ ਜਗਾਉਂਦੀ ਹੈ। ਤੁਹਾਡੇ ਨਾਲ ਕੈਮਰਾਮੈਨ ਰੋਹਿਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼ ਮੋਹਾਲੀ।